ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਭਾਖਾ ਨੀਤੀ ਬਾਰੇ ਗੱਲ ਕਰਨ ਲਈ ਇਕੱਠੇ ਹੋਏ ਹਾਂ, ਜਿਹਦੇ ਵਿੱਚ ਸਾਡੇ ਕੋਲੇ ਮੈਂ ਤਾਂ ਜੀ ਇਸ ਖੇਤਰ ਵਿੱਚ ਨਵਾਂ ਸਾਡੇ ਕੋਲੇ ਦੋ ਪੁਰਾਣੇ ਮਾਹਰ ਐਕਟਿਵਿਸਟ ਵੀ ਨੇ ਇਹ, ਅਤੇ ਨਾਲ ਦੀ ਨਾਲ ਉਸ ਖੇਤਰ ਦੇ ਵਿੱਚ ਮੁਹਾਰਤ ਵੀ ਰੱਖਦੇ ਨੇ। ਖਾਸ ਥਾਂ 'ਤੇ ਇਹਨਾਂ ਦੀ ਪਕੜ ਵੀ ਆ। ਪਹਿਲੇ ਨੰਬਰ 'ਤੇ ਮੈਂ ਨਾਂ ਲੈਣਾ ਸ਼੍ਰੀ ਮਿੱਤਰ ਸੈਨ ਮੀਤ ਹੋਰਾਂ ਦਾ। ਮਿੱਤਰ ਸੈਨ ਮੀਤ ਹੋਰੀ ਪੇਸ਼ੇ ਵਜੋਂ ਵਕੀਲ ਨੇ, ਪਰ ਉਂਝ ਇਹ ਪੰਜਾਬੀ ਦੇ ਬੜੇ ਨਾਮਵਰ ਸਾਹਿਤਕਾਰ ਨੇ। ਇਹਨਾਂ ਦੇ ਕਈ ਨਾਵਲ ਨੇ, ਤਫਤੀਸ਼, ਕਟਹਿਰਾ, ਹੈ ਨਾ। ਇਹਨਾਂ ਦੇ ਨਾਵਲਾਂ ਦੀ ਇੱਕ ਵੱਖਰੀ ਪਛਾਣ ਹੈ। ਇਹਨਾਂ ਦੇ ਨਾਵਲਾਂ ਦਾ ਬਿਰਤਾਂਤ ਵੀ ਹੈ ਜਿਹੜਾ, ਉਹ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਦੀ ਕਿ ਸਾਡੇ ਸਮਾਜ ਦੇ ਵਿੱਚ ਕਾਨੂੰਨੀ ਵਰਤੋਂ ਵਿਉਂਤ ਅਤੇ ਕਾਨੂੰਨ ਦੇ ਸੰਦਰਭ ਵਿੱਚ ਜਿਹੜਾ ਪੰਜਾਬੀ ਬੰਦਾ ਉਹਦੇ ਬਾਰੇ। ਅਤੇ ਉਸ ਤੋਂ ਸਿਵਾਏ ਵੀ ਇਹਨਾਂ ਦੀ ਜਿਹੜੀ ਸਮਝ ਅਤੇ ਪਕੜ ਵੱਡੀ ਹੈ। ਦੂਜੀ ਗੱਲ ਇਹਨਾਂ ਦੀ ਬਹੁਤ ਮਹੱਤਵਪੂਰਨ ਹੈ, ਇਹਨਾਂ ਨੇ ਪੰਜਾਬ ਰਾਜ ਭਾਸ਼ਾ ਐਕਟ, ਇਹਦਾ ਅਮਲ, ਇਹਦੇ ਲਾਗੂ ਹੋਣ ਦੇ ਵਿੱਚ ਕਿਹੜੇ ਅੜਿੱਕੇ ਨੇ ਅਤੇ ਹੋਰ ਸਟੇਟਾਂ ਨੇ ਕਿਵੇਂ ਲਾਗੂ ਕਰ ਲਿਆ ਅਤੇ ਪੰਜਾਬ ਦੇ ਵਿੱਚ ਇਹ ਲਾਗੂ ਕਿਉਂ ਨਾ ਹੋ ਸਕਿਆ, ਇਸ ਗੱਲ ਬਾਰੇ ਇਹਨਾਂ ਨੇ ਇੱਕ ਲੰਮਾ ਅਧਿਐਨ ਕੀਤਾ। ਉਹ ਇਹਨਾਂ ਦੀ ਕਿਤਾਬ ਵੀ ਛਪੀ ਹੈ, ਪੰਜਾਬ ਰਾਜ ਭਾਸ਼ਾ ਐਕਟ ਦੇ ਸੰਦਰਭ ਦੇ ਵਿੱਚ ਜਿਹੜੀ ਪੰਜਾਬੀ ਬੋਲੀ ਦੀ ਹਾਲਤ ਆ ਉਹਦੇ ਬਾਰੇ। ਉਹ ਕਿਤਾਬ ਅੱਜ ਕੁਛ ਕਾਪੀਆਂ ਸ਼ਾਇਦ ਲੈ ਕੇ ਵੀ ਆਏ ਹੋਣ, ਆਪਣੇ ਕੋਲੇ ਹਨ। ਅਤੇ ਇਹਨਾਂ ਦੀ ਇਸ ਪਾਸੇ ਗੱਲ ਬਹੁਤ ਸੁਣਨ ਵਾਲੀ ਹੈ ਅਤੇ ਮਹੱਤਵਪੂਰਨ ਹੈ। ਇਹਨਾਂ ਦਾ ਮੈਂ ਇਸ ਗੋਸ਼ਟੀ ਦੇ ਵਿੱਚ ਸਵਾਗਤ ਵੀ ਕਰਦਾ। ਪ੍ਰੋਫੈਸਰ ਜੋਗਾ ਸਿੰਘ, ਜਿਹੜੇ ਖਾਸ ਕਰ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬੀ ਬੋਲੀ ਬਾਰੇ ਇਹਨਾਂ ਨੇ ਗੱਲ ਰੱਖੀ, ਜਿਨ੍ਹਾਂ ਨੇ ਇਹ ਗੱਲ ਘੱਟੋ ਘੱਟ ਪੰਜਾਬ ਵਿੱਚ ਸਥਾਪਿਤ ਕਰ ਲਈ ਕਿ ਮਾਂ ਬੋਲੀ ਜਿੰਨੀ ਦੇਰ ਤੱਕ ਮਾਧਿਅਮ ਨਹੀਂ ਹੁੰਦੀ ਉਨੀ ਦੇਰ ਤੱਕ ਕਿਸੇ ਬੋਲੀ ਦਾ ਨਿਸ਼ਚੇਬੱਧ ਵਿਕਾਸ ਹੋਣਾ ਸੰਭਵ ਨਹੀਂ ਹੁੰਦਾ। ਅਤੇ ਇਹਨਾਂ ਦੋਹਾਂ ਬੁਲਾਰਿਆਂ ਨੇ ਇਸ ਖੇਤਰ ਦੇ ਵਿੱਚ ਗੱਲ ਕਰਨੀ ਆ। ਪ੍ਰੋਫੈਸਰ ਜੋਗਾ ਸਿੰਘ ਹੋਰਾਂ ਨੇ ਜਿਹੜੀ ਅੱਜ ਗੱਲ ਕਰਨੀ ਆ, ਇਹਨਾਂ ਨੇ ਕਰਨੀ ਆ ਪੰਜਾਬੀ ਬੋਲੀ ਦੇ ਸਮਾਜੀ ਅਤੇ ਰਾਜਸੀ ਵਰਤਾਰਿਆਂ ਦੇ ਪ੍ਰਸੰਗ ਵਿੱਚ ਅੱਜ ਦੇ ਨੁਕਤੇ ਤੋਂ। ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ, ਮੇਰੀ ਗੱਲ ਦਾ ਜਿਹੜਾ ਇੱਕ ਸੰਖੇਪ ਨੁਕਤਾ ਮਾਤਰ ਜਿਹਾ ਇਹ ਹੈ ਕਿ ਜਿਹੜੀ ਭਾਰਤੀ ਭਾਖਾ ਨੀਤੀ ਹੈ ਉਹਦਾ ਪੰਜਾਬ ਦੀ ਭਾਖਾ ਨੀਤੀ ਨਾਲ ਕੀ ਸੰਬੰਧ ਹੈ ਜਾਂ ਉਹਦੇ ਕੀ ਅਸਰ ਪਏ ਨੇ। ਦੋ ਚਾਰ ਗੱਲਾਂ ਮੋਟੇ ਰੂਪ ਦੇ ਵਿੱਚ ਜੇ ਆਪਾਂ ਕਰਨੀਆਂ ਹੋਣ, ਪਹਿਲੀ ਗੱਲ ਤਾਂ ਇਹ ਹੈ ਵੀ ਜਿਵੇਂ ਹੁਣ ਰਣਜੀਤ ਸਿੰਘ ਹੋਰਾਂ ਨੇ ਆਖਿਆ ਕਿ ਭਾਖਾ ਨੀਤੀ ਸ਼ਬਦ ਇਹਨਾਂ ਨੇ ਪਹਿਲੀ ਵਾਰੀ ਸੁਣਿਆ, ਅਤੇ ਇਹ ਹੋਰ ਵੀ ਬਹੁਤ ਨੇ ਸੁਣਿਆ। ਉਹ ਮੈਨੂੰ ਲੱਗਦਾ ਫੋਨ ਦੀ ਦਿੱਕਤ ਹੈ ਕਿਸੇ ਦੀ, ਚੂੰ ਜਿਹਾ ਕਰੀ ਜਾਂਦਾ ਜਿੰਨਾ ਕੁ ਆਪਾਂ ਮੇਰਾ ਹੀ ਨਾ ਹੋਵੇ। ਹਾਂ, ਸਾਈਲੈਂਟ ਨਾਲ ਨਹੀਂ ਜੀ ਹਟਦਾ ਹੈ। ਹਾਂ ਅਤੇ ਦੂਸਰਾ, ਭਾਖਾ ਨੀਤੀ ਨੂੰ ਜੇ ਵੇਖਣਾ ਹੋਵੇ ਤਾਂ ਭਾਖਾ ਨੀਤੀ ਨੂੰ ਜੇ ਸਮਝਣਾ ਤਾਂ ਇਹ ਕਿਸੇ ਬੋਲੀ ਬਾਰੇ ਦਿਸ਼ਾਬੱਧ ਫੈਲਾਅ ਅਤੇ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਬਦਲਾਅ ਕਰਨੇ ਚਾਹੁੰਦੇ ਹੋ, ਉਹਦੇ ਖਾਤਰ ਵਿਉਂਤਬੰਦੀ ਅਤੇ ਅਮਲ, ਇਹ ਭਾਸ਼ਾ ਨੀਤੀ ਹੁੰਦੀ ਹੈ। ਕੋਈ ਖਾਸ ਨਿਸ਼ਾਨੇ ਮਿੱਥ ਕੇ ਖਾਸ ਖੇਤਰਾਂ ਦੇ ਵਿੱਚ ਉੱਥੇ ਖਾਸ ਤਰੀਕਿਆਂ ਦੇ ਵਿੱਚ ਜਿਹਦਾ ਬਦਲਾਅ ਕਰਨਾ ਅਤੇ ਉਹਦੇ ਉੱਤੇ ਅਮਲ ਕਰਨਾ, ਇਹਨੂੰ ਭਾਸ਼ਾ ਨੀਤੀ ਆਖਿਆ ਜਾਂਦਾ। ਅਤੇ ਭਾਸ਼ਾ ਨੀਤੀ ਬਣਦੀ ਇਸ ਲਈ ਹੁੰਦੀ ਹੈ ਜਦੋਂ ਉਸ ਬੋਲੀ ਦੇ ਮੂਲ ਆਧਾਰਾਂ ਦਾ ਪਤਾ ਹੋਵੇ। ਮੰਨ ਲਓ ਵੀ ਪੰਜਾਬ ਦੀ ਭਾਸ਼ਾ ਨੀਤੀ ਬਣਾਈ, ਤਾਂ ਪੰਜਾਬ ਦੀ ਭਾਸ਼ਾ ਨੀਤੀ ਬਣਾਉਣ ਖਾਤਰ ਜਿੰਨੀ ਕੁ ਵੀ ਹੈ, ਜਿਹਦੇ ਬਾਰੇ ਇਹਨਾਂ ਨੇ ਬਾਅਦ ਵਿੱਚ ਗੱਲ ਕਰਨੀ ਆ, ਤਾਂ ਉਹਦੇ ਖਾਤਰ ਮੂਲ ਆਧਾਰ ਕਿਹੜੇ ਨੇ। ਜੇ ਹਿੰਦੁਸਤਾਨ ਦੀ ਸਰਕਾਰ ਨੇ ਭਾਸ਼ਾ ਨੀਤੀ ਬਣਾਈ ਤਾਂ ਉਹਨਾਂ ਨੇ ਉਹਦੇ ਮੂਲ ਆਧਾਰ ਕਿਹੜੇ ਮਿੱਥੇ। ਤਾਂ ਹਰੇਕ ਬੋਲੀ ਦੀ ਭਾਸ਼ਾ ਨੀਤੀ ਬਣਾਉਣ ਤੋਂ ਪਹਿਲਾਂ ਉਹਦਾ ਪਿਛੋਕੜ, ਉਹਦੇ ਮੂਲ ਆਧਾਰ ਉਹ ਸਪਸ਼ਟ ਹੋਣੇ ਲਾਜ਼ਮੀ ਨੇ। ਜੇ ਉਹ ਨੀਤੀ ਬਣਾਉਣ ਤੱਕ ਸਪਸ਼ਟ ਨਹੀਂ ਤਾਂ ਨੀਤੀ ਬਣਾਉਣ ਵਾਲੇ ਸਭ ਤੋਂ ਪਹਿਲਾਂ ਇਸ ਗੱਲ 'ਤੇ ਜ਼ੋਰ ਦੇਣਗੇ ਕਿ ਉਹਦੇ ਮੂਲ ਆਧਾਰਾਂ ਨੂੰ ਸਪਸ਼ਟ ਕੀਤਾ ਜਾਵੇ। ਮੂਲ ਆਧਾਰ ਤੋਂ ਭਾਵ ਉਹਦਾ ਪਿਛੋਕੜ, ਵੀ ਉਹ ਬੋਲੀ ਕਿੱਥੇ ਜੁੜੀ ਹੋਈ ਆ। ਅਤੇ ਜਿਹੜੇ ਭਾਸ਼ਾ ਨੀਤੀ ਦੇ ਖੇਤਰ ਹੁੰਦੇ ਨੇ ਉਹਨਾਂ ਦੀ ਉਂਝ ਤਾਂ ਉਹ ਰਲੇ ਮਿਲੇ ਨੇ, ਪਰ ਜੇ ਉਹਦੀ ਥੋੜ੍ਹੀ ਮੋਟੀ ਜਿਹੀ ਵੰਡ ਕਰਨੀ ਹੋਵੇ ਤਾਂ ਇੱਕ ਹਿੱਸੇ ਆਉਂਦੇ ਨੇ ਸਾਹਿਤ, ਵਿੱਦਿਆ, ਸੰਚਾਰ ਅਤੇ ਖੋਜ। ਦੂਜੇ ਹਿੱਸੇ ਦੇ ਵਿੱਚ ਨਿਆਂ, ਪ੍ਰਸ਼ਾਸਨ, ਆਵਾਜਾਈ, ਵਣਜ ਜਾਂ ਇਹ ਸਾਰੇ ਹੀ। ਜਿਹੜਾ ਦੂਸਰਾ ਹਿੱਸਾ ਇਹਦਾ ਵਧੇਰੇ ਲੋਕਾਂ ਨਾਲ ਸੰਬੰਧ ਹੁੰਦਾ। ਜਿਹੜਾ ਪਹਿਲਾ ਹਿੱਸਾ ਹੁੰਦਾ ਉਹਦੇ ਵਿੱਚ ਉਹ ਸੰਚਾਰ ਦਾ ਹੀ ਵਾਹਲਾ ਸੰਬੰਧ ਹੁੰਦਾ, ਵਿੱਦਿਆ ਦਾ ਬੱਚਿਆਂ ਨਾਲ ਹੁੰਦਾ। ਹੁਣ ਵਿੱਦਿਆ ਵੱਧ ਗਈ ਅਤੇ ਖੋਜ ਅਤੇ ਸਾਹਿਤ ਦਾ ਸੰਬੰਧ ਬਹੁਤੇ ਲੋਕਾਂ ਨਾਲ ਉਹਨਾਂ ਨਹੀਂ ਹੁੰਦਾ ਜਿੰਨਾ ਮੰਨ ਲਓ ਪ੍ਰਸ਼ਾਸਨਦਾਰ, ਨਿਆਂ ਦਾ ਜਾਂ ਉਹਨਾਂ ਦਾ ਆਵਾਜਾਈ ਦਾ, ਵਣਜ ਦਾ ਹੁੰਦਾ।
ਜਿਹੜੀ ਹਿੰਦੁਸਤਾਨ ਦੀ ਵਿੱਦਿਆ ਨੀਤੀ ਹੈ ਉਹਦੇ ਵਿੱਚ ਜਿਹੜੇ ਭਾਸ਼ਾ ਨੀਤੀ ਹੈ ਉਹਦੇ ਬਾਰੇ ਜਿਹੜੇ ਮਾਹਰ ਨੇ ਉਹ ਇਹ ਮੰਨਦੇ ਨੇ ਕਿ ਹਿੰਦੁਸਤਾਨ ਦੀ ਭਾਸ਼ਾ ਨੀਤੀ ਨੂੰ ਠੀਕ ਰੂਪ ਵਿੱਚ ਫੈਲਾਉਣ ਦੇ ਵਿੱਚ ਇੱਕ ਰੇਲਵੇ ਦਾ, ਇੱਕ ਬ੍ਰੌਡਕਾਸਟਿੰਗ ਮਹਿਕਮੇ ਦਾ, ਰੇਡੀਓ TV ਚੈਨਲ, ਇਹਨਾਂ ਦਾ ਬੜਾ ਵੱਡਾ ਹਿੱਸਾ ਰਿਹਾ। ਅਤੇ ਇੱਕ ਗੱਲ ਇਹਦੇ ਵਿੱਚ ਬੋਲੀ ਵਾਲੀ ਨੀਤੀ ਦੇ ਵਿੱਚ ਹੋਰ ਮਹੱਤਵਪੂਰਨ ਹੁੰਦੀ ਹੈ ਕਿ ਬੋਲੀ ਨਾਲ ਸੰਬੰਧਿਤ ਨੀਤੀਆਂ ਆਮ ਕਰਕੇ ਸਰਕਾਰਾਂ ਵੱਲੋਂ ਹੀ ਬਣਾਈਆਂ ਜਾਂਦੀਆਂ ਨੇ। ਜਿਹੜੀਆਂ ਬੋਲੀਆਂ ਸਰਕਾਰੋਂ ਬਾਹਰੀਆਂ ਨੇ ਉਹਨਾਂ ਦੀ ਆਮ ਕਰਕੇ ਨੀਤੀ ਨਹੀਂ ਹੁੰਦੀ। ਉਂਝ ਤੁਸੀਂ ਕਹਿ ਸਕਦੇ ਹੋ ਵੀ ਕਿਸੇ ਦੀ ਵੀ ਬੋਲੀ ਦੀ ਇੱਦਾਂ ਨਹੀਂ, ਮੈਂ ਸੁਣੀ ਨਹੀਂ ਹਜੇ ਤੱਕ ਨੀਤੀ, ਪਰ ਫਿਰ ਵੀ ਆਪਾਂ ਨੇ 100% ਉੱਦਾਂ ਨਹੀਂ ਕਹਿਣਾ। ਆਮ ਕਰਕੇ ਮਤਲਬ ਜਿਹੜੀਆਂ ਸਰਕਾਰੋਂ ਬਾਹਰੀਆਂ ਬੋਲੀਆਂ ਹੁੰਦੀਆਂ ਨੇ ਉਹਨਾਂ ਦੀ ਕੋਈ ਨੀਤੀ ਨਹੀਂ ਬਣੀ ਹੁੰਦੀ ਅਤੇ ਸਰਕਾਰਾਂ ਨੇ ਹੀ ਇਹ ਨੀਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ। ਪਹਿਲੀ ਵਾਰੀ ਇਹ ਨੀਤੀਬੱਧ ਬੋਲੀਆਂ ਦਾ ਵਿਕਾਸ ਉਹ ਜਦੋਂ ਤੋਂ ਰਾਸ਼ਟਰਵਾਦੀ ਸਰਕਾਰਾਂ ਬਣਨ ਲੱਗੀਆਂ ਉਦੋਂ ਤੋਂ ਇਹ ਹੋਇਆ। ਅਤੇ ਇਸੇ ਕਰਕੇ ਜਿਹੜੇ ਬੋਲੀਆਂ ਨਾਲ ਸੰਬੰਧਿਤ ਟਕਰਾਅ ਨੇ ਉਹਨਾਂ ਦਾ ਵੀ ਭਾਸ਼ਾ ਨੀਤੀਆਂ ਦੇ ਵਿੱਚੋਂ ਬਹੁਤ ਟਕਰਾਅ ਵੀ ਨਿਕਲੇ, ਕਈ ਥਾਈਂ ਹਿੰਸਾ ਵੀ ਹੋਈ, ਇਸ ਤਰ੍ਹਾਂ ਦੀਆਂ ਦਿੱਕਤਾਂ ਆਈਆਂ। ਜਾਣੀ ਦੀ ਜੇ ਭਾਸ਼ਾ ਨੀਤੀ ਨੂੰ ਅਸੀਂ ਠੀਕ ਤਰੀਕੇ ਸਿੱਕੇਬੰਦ ਰੂਪ ਦੇ ਵਿੱਚ ਦੇਖਣਾ ਹੋਵੇ ਵੀ ਕਿਸੇ ਬੋਲੀ ਨੂੰ ਫੈਲਾਉਣ ਦਾ ਵਿਕਾਸ ਅਤੇ ਉਹਦੇ ਉੱਤੇ ਅਮਲ, ਇਹ ਦੋ ਗੱਲਾਂ ਨੇ ਉਹਦੇ ਵਿੱਚ ਮਹੱਤਵਪੂਰਨ। ਫਿਰ ਪੰਜਾਬੀ ਬੋਲੀ ਦੀ ਨੀਤੀ ਦੀ ਕੋਈ ਹੋਂਦ ਹੈ ਕਿ ਨਹੀਂ ਹੈ, ਅਤੇ ਇਹਦੇ ਬਾਰੇ ਪਹਿਲੀ ਮੁਸ਼ਕਿਲ ਇਹ ਹੈ ਵੀ ਪੰਜਾਬੀ ਬੋਲੀ ਦੇ ਜਿਹੜੇ ਮੂਲ ਆਧਾਰ ਨੇ, ਖਾਸ ਕਰ ਕਿਸੇ ਬੋਲੀ ਦਾ ਜਨਮ, ਅਤੇ ਜਿੰਨੀ ਦੇਰ ਤੱਕ ਉਸ ਬੋਲੀ ਦੇ ਜਨਮ ਬਾਰੇ ਮਸਲਾ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਤੁਸੀਂ ਉਸ ਬੋਲੀ ਨਾਲ ਸੰਬੰਧਿਤ ਨੀਤੀ ਆ ਜਿਹੜੀ ਉਹ ਬਣਾਉਣ ਦੇ ਵਿੱਚ ਮੁਸ਼ਕਿਲ ਆਉਂਦੀ ਆ। ਪੰਜਾਬੀ ਬੋਲੀ ਨਾਲ ਸੰਬੰਧਿਤ ਜਿਹੜਾ ਇਹ ਮੈਨੂੰ ਨਾ ਤੰਗ ਕਰੀ ਜਾਂਦੀ ਆ ਚੂੰ ਜੀ, ਜੇ ਸਾਰੇ ਹੀ ਆਪੋ ਆਪਣੇ ਮੋਬਾਈਲ ਹੇਠਾਂ ਰੱਖ ਲਓ ਜਿਹਦਾ ਵੀ ਇਹ ਨਹੀਂ ਮੈਨੂੰ ਪਤਾ ਵੀ ਕਿਹਦਾ ਮਾਈਕ ਵੀ ਚੱਲਦਾ। ਹਾਂ, ਬਾਕੀਆਂ ਦੇ ਮਾਈਕ ਬੰਦ ਹੋ ਸਕਦੇ ਨੇ। ਉਹ ਚੱਲਦਾ। ਅੱਛਾ, ਇਹ ਗੱਲ ਵੀ ਕਿ ਪੰਜਾਬੀ ਬੋਲੀ ਦੇ ਵਿੱਚ ਮੂਲ ਆਧਾਰ ਨੇ ਜਿਹੜੇ ਉਹਦੀ ਇੱਕ ਤਾਂ ਦਿੱਕਤ ਆਈ, ਕਿਉਂਕਿ ਪੰਜਾਬੀ ਬੋਲੀ ਦੇ ਵਿੱਚ ਜਨਮ ਦਾ ਜਿਹੜਾ ਮਸਲਾ ਇਹ ਜਿਹੜੇ ਤਾਂ ਭਾਰਤੀ ਖੇਤਰ ਦੇ ਪੰਜਾਬੀ ਬੋਲੀ ਦੇ ਇਤਿਹਾਸਕਾਰ ਨੇ ਉਹ ਤਾਂ ਇੱਦਾਂ ਗੱਲ ਜੋੜਦੇ ਨੇ ਵੀ ਕਿ ਪੰਜਾਬੀ ਬੋਲੀ ਦਾ ਮੂਲ ਆਧਾਰ ਸੰਸਕ੍ਰਿਤ ਨਾਲ ਜੁੜਿਆ ਹੋਇਆ। ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਨੇ ਉਹ ਕਹਿੰਦੇ ਵੀ ਸੰਸਕ੍ਰਿਤ ਨਾਲ ਨਹੀਂ ਜੁੜਿਆ ਹੋਇਆ ਅਤੇ ਉਹ ਪੂਰਬ ਸੰਸਕ੍ਰਿਤ ਨਾਲ ਜੁੜਿਆ ਹੋਇਆ। ਇਹ ਦੋਵਾਂ ਦੇਸ਼ਾਂ ਦੇ ਰਾਸ਼ਟਰਵਾਦੀ ਖਿਲਾਰਿਆਂ ਦੇ ਵਿੱਚ ਪੰਜਾਬੀ ਬੋਲੀ ਦੇ ਆਪਣੇ ਮੂਲ ਆਧਾਰਾਂ ਦੀ ਦਿੱਕਤ ਆਈ ਆ। ਇਸੇ ਲਈ ਪਾਕਿਸਤਾਨ ਦੇ ਵਿੱਚ ਵੱਖਰੀ ਨੀਤੀ ਆ, ਹਿੰਦੁਸਤਾਨ ਦੇ ਵਿੱਚ ਵੱਖਰੀ ਨੀਤੀ ਆ। ਇਹ ਇੱਕ ਦਿੱਕਤ ਆਈ। ਦੂਸਰੀ ਗੱਲ, ਵਿੱਦਿਆ, ਸਾਹਿਤ ਅਤੇ ਜਿਹੜੇ ਭਾਸ਼ਾਈ ਖੇਤਰ ਨੇ, ਮੈਂ ਉਹਦੇ ਵਿੱਚੋਂ ਤੁਹਾਡੇ ਨਾਲ ਦੋ ਕੁ ਗੱਲਾਂ ਕਰਾਂਗਾ ਵੀ ਜਿਹੜੀ ਹਿੰਦੁਸਤਾਨ ਦੀ ਭਾਸ਼ਾ ਨੀਤੀ ਆ ਉਹਦਾ ਪੰਜਾਬ ਦੀ ਵਿੱਦਿਆ, ਖਾਸ ਕਰ ਸਾਹਿਤ ਅਤੇ ਅਧਿਐਨ ਦੇ ਖੇਤਰ ਵਿੱਚ ਕੀ ਅਸਰ ਹੋਇਆ। ਅਤੇ ਜੇ ਤੁਸੀਂ ਵੇਖਣਾ ਹੋਵੇ ਤਾਂ ਹਿੰਦੁਸਤਾਨ ਦੀ ਕੇਂਦਰੀ ਹਕੂਮਤ ਦੀ ਜਿਹੜੀ ਭਾਸ਼ਾ ਨੀਤੀ ਆ ਜਾਂ ਭਾਸ਼ਾ ਨੀਤੀ ਆ ਉਹ ਬਹੁਤ ਸਪਸ਼ਟ ਹੈ। ਭਾਸ਼ਾ ਅਤੇ ਭਾਸ਼ਾ ਸ਼ਬਦ ਬਾਰੇ ਵੀ ਬੜੇ ਸਵਾਲ ਆਏ, ਉਹਦੇ ਬਾਰੇ ਵੀ ਆਪਾਂ ਇੱਕ ਗੱਲ ਕਰਾਂਗੇ। ਅਤੇ ਜਿਹੜੀ ਕੇਂਦਰੀ ਭਾਸ਼ਾ ਨੀਤੀ ਆ ਉਹ ਇਹ ਆ ਵੀ ਹਿੰਦੀ ਦਾ ਸਾਰੇ ਭਾਰਤ ਵਿੱਚ ਫੈਲਾਅ ਅਤੇ ਵਰਤੋਂ, ਇਹਦੇ ਬਾਰੇ ਉਹ ਪੂਰੇ ਸਪਸ਼ਟ ਨੇ। ਅਤੇ ਅੰਗਰੇਜ਼ੀ ਭਾਸ਼ਾ ਨੂੰ ਬਦਲ ਕੇ ਉਹਦੀ ਥਾਂ 'ਤੇ ਹਿੰਦੀ ਨੂੰ ਲੈ ਕੇ ਆਉਣਾ, ਇਹਦੇ ਖਾਤਰ ਸੰਵਿਧਾਨ ਦੇ ਵਿੱਚ ਵੀ ਇਸੇ ਤਰ੍ਹਾਂ ਲਿਖਿਆ ਹੋਇਆ। ਅਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਅਮਲ ਦੀਆਂ ਨੀਤੀਆਂ ਨੇ ਉਹਨਾਂ ਬਾਰੇ ਵੀ ਇਹਦੇ ਬਾਰੇ ਗੱਲ ਸਪਸ਼ਟ ਆ। ਸੰਵਿਧਾਨ ਸਭਾ ਦੇ ਵਿੱਚ ਜਿਹੜੇ ਸੰਵਾਦ ਨੇ ਉਹ ਇਸ ਗੱਲ ਖਾਤਰ ਵੇਖੇ ਜਾ ਸਕਦੇ ਨੇ। ਅਤੇ ਸੰਵਿਧਾਨ ਦੇ ਵਿੱਚ ਫਿਰ 15 ਸਾਲ ਦੀ ਤਜਵੀਜ਼ ਬਣਾਈ ਗਈ ਸੀ ਕਿ 15 ਸਾਲਾਂ ਦੇ ਵਿੱਚ ਵਿੱਚ ਅਸੀਂ ਬਦਲ ਦੇਵਾਂਗੇ, ਹਿੰਦੀ ਲੈ ਆਵਾਂਗੇ ਅੰਗਰੇਜ਼ੀ ਦੀ ਥਾਂ 'ਤੇ। ਜੇ ਤੁਸੀਂ ਆਰਟੀਕਲ ਵੇਖਣੇ ਹੋਣ ਤਾਂ ਜਿਹੜਾ 343 ਆਰਟੀਕਲ ਆ ਉਹ ਕਹਿੰਦਾ ਵੀ ਹਿੰਦੀ ਦਫ਼ਤਰੀ ਭਾਸ਼ਾ ਦੇਵਨਾਗਰੀ ਦੇ ਵਿੱਚ, ਅਤੇ 351 ਵਿੱਚ ਲਿਖਿਆ ਵੀ ਇਸ ਸੰਘ ਦੀ ਜ਼ਿੰਮੇਵਾਰੀ ਆ ਕਿ ਉਹ ਇਸ ਨੂੰ ਫੈਲਾਉਣ ਅਤੇ ਵਰਤਣ ਲਈ ਜੱਦੋ ਜਹਿਦ ਕਰਨ, ਤਰੱਦਦ ਕਰਨ, ਕਮਿਸ਼ਨ ਬਣਾਉਣ ਅਤੇ ਇਹਦੇ ਅਮਲ ਖਾਤਰ ਪੂਰਾ
ਜ਼ੋਰ ਲਾਉਣ। ਅੱਛਾ, ਆਰਟੀਕਲ ਜਿਹੜਾ 344 ਹੈ, ਉਹਦੇ ਵਿੱਚ ਇਹ ਹੈ ਵੀ ਕਿ ਰਾਸ਼ਟਰਪਤੀ ਵੱਲੋਂ ਇੱਕ ਕਮਿਸ਼ਨ ਬਣਾਇਆ ਜਾਵੇਗਾ। ਇਹ ਆਪਾਂ ਸਾਰਾ ਬੰਦ ਵੀ ਕਰ ਸਕਦੇ ਹਾਂ, ਆਪਣਾ ਮਤਲਬ ਹਾਲ ਛੋਟਾ ਹੀ ਆ ਜੇ ਆਪਾਂ ਨੂੰ ਇਹ ਦਿੱਕਤ ਆਉਂਦੀ ਹੈ। ਬੰਦ ਹੀ ਕਰ ਦੋ, ਬਹੁਤ ਸੌਖੇ ਹੋ ਜਾਣਗੇ। ਹਾਂ ਹਾਂ, ਮੇਰਾ ਖਿਆਲ ਰਿਕਾਰਡਿੰਗ ਚਲਾ ਹੈ ਨਾ। ਇਹ ਰਿਕਾਰਡਿੰਗ ਵਾਲਾ ਚੱਲੀ ਜਾਏਗਾ ਜੀ। ਬਹੁਤ ਠੀਕ। ਹੂੰ। ਨਾ ਬਸ ਮੇਰੀ ਤਾਂ ਆਵਾਜ਼ ਪਹੁੰਚ ਜਾਏਗੀ ਤੁਹਾਡੇ ਤੱਕ। ਅੱਛਾ, ਇਹਦੇ ਖਾਤਰ ਜਿਹੜਾ ਆਰਟੀਕਲ 344 ਹੈ, ਇਹ ਲਿਖਿਆ ਹੋਇਆ, ਉਹਦੇ ਵਿੱਚ ਰਾਸ਼ਟਰਪਤੀ ਵੱਲੋਂ ਇੱਕ ਕਮਿਸ਼ਨ ਬਣਾਇਆ ਜਾਵੇਗਾ ਜਿਹੜਾ ਹਿੰਦੀ ਦੀ ਵਰਤੋਂ ਤੇਜ਼ ਕਰੂ ਅਤੇ ਦੂਜੇ ਪਾਸੇ ਅੰਗਰੇਜ਼ੀ ਦੀ ਹੌਲੀ ਕਰੂ। ਉਸ ਤੋਂ ਬਾਅਦ 349 ਵਿੱਚ ਇਹ ਲਿਖਿਆ ਹੋਇਆ ਕਿ ਰਾਸ਼ਟਰਪਤੀ ਵੱਲੋਂ ਕਿਸੇ ਵੀ ਬਿੱਲ 'ਤੇ ਤਾਂ ਹੀ ਦਸਤਖਤ ਕੀਤੇ ਜਾਣਗੇ ਜੇ ਉਹ ਬਿੱਲ ਆਰਟੀਕਲ 344 ਦੇ ਮੁਤਾਬਕ ਹੋਵੇਗਾ। ਇਸ ਤੋਂ ਬਾਅਦ ਕਿੰਨੇ ਹੀ ਐਕਟ ਬਣੇ। 1958 ਵਿੱਚ ਇੱਕ ਨੀਤੀ ਵਿਸ਼ਲੇਸ਼ਣ ਲਈ ਕਮੇਟੀ ਬਣੀ। 1963 ਵਿੱਚ ਦਫ਼ਤਰੀ ਭਾਸ਼ਾ ਐਕਟ ਬਣਿਆ। 1967 ਵਿੱਚ ਅਫੀਸ਼ੀਅਲ ਲੈਂਗੁਏਜ ਅਮੈਂਡਮੈਂਟ ਐਕਟ ਬਣਿਆ। ਅਤੇ ਇੱਕ ਇਸੇ ਤਰ੍ਹਾਂ ਇੱਕ ਅਫੀਸ਼ੀਅਲ ਲੈਂਗੁਏਜ ਰੈਗੂਲੇਸ਼ਨ 1968 ਵਿੱਚ ਪਾਸ ਕੀਤਾ ਗਿਆ। ਉਹਨਾਂ ਸਾਰਿਆਂ ਦੇ ਵਿੱਚ ਇਹੀ ਗੱਲ ਆਖੀ ਗਈ ਕਿ ਇੱਥੇ ਜਿਹੜੀਆਂ ਵੱਖੋ ਵੱਖਰੀਆਂ ਬੋਲੀਆਂ ਨੇ ਫੈਡਰਲ ਸਿਸਟਮ ਦੀਆਂ, ਅਤੇ ਉਹਨਾਂ ਬੋਲੀਆਂ ਦੇ ਨਾਲ ਹਿੰਦੀ ਨੂੰ ਬਰਾਬਰ ਖੜੀ ਕਰਨਾ, ਅਤੇ ਹਿੰਦੀ ਨੂੰ ਦਫ਼ਤਰੀ ਬੋਲੀ ਵਜੋਂ ਬਰਾਬਰ ਖੜੀ ਕਰਨਾ। ਅਤੇ ਇਹ ਜਿਹੜੀ ਭਾਸ਼ਾ ਨੀਤੀ ਖਾਤਰ ਫਿਰ ਉਹਨਾਂ ਨੇ ਕਿੰਨੀਆਂ ਹੀ ਸੰਸਥਾਵਾਂ ਬਣਾਈਆਂ, ਅਤੇ ਉਹਦੇ ਖਾਤਰ ਉਹਨਾਂ ਨੇ ਕੁਛ ਤਾਂ ਇੱਦਾਂ ਵੀ ਉਹਦੇ ਵਿੱਚ ਬੰਦਿਆਂ ਕੋਲੋਂ ਵਾਅਦੇ ਲਏ ਗਏ ਕਿ ਤੁਸੀਂ ਨਿਸ਼ਚਿਤ ਸਿੱਟੇ ਦੇਣ ਲਈ ਅਮਲ ਕਰੋਗੇ ਅਤੇ ਯਤਨ ਕਰੋਗੇ। ਉਹਨਾਂ ਤੋਂ ਵਾਅਦੇ ਲਏ ਗਏ, ਹਲਫਨਾਮੇ ਲਏ ਗਏ। ਫਿਰ ਇਹਦੇ ਖਾਤਰ ਜਿਹੜੀਆਂ ਮਹੱਤਵਪੂਰਨ ਥਾਵਾਂ ਬਣੀਆਂ, ਇੱਕ ਕੇਂਦਰੀ ਹਿੰਦੀ ਸੰਸਥਾਨ 1960 ਵਿੱਚ ਬਣਿਆ, ਕੇਂਦਰੀ ਅਨੁਵਾਦ ਬਿਊਰੋ 1971 ਵਿੱਚ ਬਣਿਆ, ਅਤੇ ਇੱਕ ਅਫੀਸ਼ੀਅਲ ਲੀਗਲ ਕਮਿਸ਼ਨ 1961 ਵਿੱਚ ਬਣਿਆ, ਜਿਹਨੇ ਕਾਨੂੰਨ ਨਾਲ ਸੰਬੰਧਿਤ ਸਾਰੀ ਸ਼ਬਦਾਵਲੀ ਬਣਾਈ। ਇਹ ਸੰਖੇਪ ਜਿਹਾ ਹੈ ਵੀ ਜਿਹੜਾ ਕੇਂਦਰੀ ਭਾਸ਼ਾ ਨੀਤੀ ਦਾ ਐਕਟ ਅਤੇ ਅਮਲ ਦੇ ਬਾਰੇ, ਅਤੇ ਉਹਦੇ ਵਿੱਚੋਂ ਜਿਹੜੀ ਉਹਨਾਂ ਦੇ ਕੰਮ ਨਿਕਲੇ, ਉਹ ਕੰਮ 3 ਤਰ੍ਹਾਂ ਦੇ ਕੰਮ ਸੀ ਉਹਨਾਂ ਦੇ। ਇੱਕ ਤਾਂ ਇਹ ਕਿ ਵਿਗਿਆਨ ਅਤੇ ਤਕਨੀਕ ਨਾਲ ਸੰਬੰਧਿਤ ਸ਼ਬਦਾਵਲੀ ਬਣਾਉਣੀ। ਦੂਜਾ, 2 ਭਾਸ਼ੀ ਜਾਂ 3 ਭਾਸ਼ੀ ਕੋਸ਼ ਬਣਾਉਣੇ। ਤੀਜਾ, ਅਧਿਆਪਨ ਅਤੇ ਹੋਰ ਵਰਤੋਂ ਦੀ ਜਿਹੜੀ ਸਮੱਗਰੀ ਹੈ ਉਹਦੇ ਲਈ ਉਹ ਮੁਹੱਈਆ ਕਰਾਉਣੀ, ਚਾਹੇ ਉਹ ਅਨੁਵਾਦ ਰਾਹੀਂ ਕਰਾਉਣ, ਚਾਹੇ ਹੋਰ ਜਿਸ ਮਰਜ਼ੀ ਰੂਪ ਦੇ ਵਿੱਚ ਕਰਾਉਣ। ਅਤੇ ਹੁਣ ਮੇਰਾ ਜਿਹੜਾ ਇਸ ਮਾਮਲੇ 'ਤੇ ਨੁਕਤਾ ਇਹ ਆ ਕਿ ਇਹ ਜਿਹੜੀ ਕੇਂਦਰ ਦੀ ਇਹ ਨੀਤੀ ਹੈ ਅਤੇ ਉਹਦੀ ਇਹ ਸ਼ਬਦਾਵਲੀ ਬਣਾਉਣ ਜਾਂ ਕੋਸ਼ ਬਣਾਉਣ ਦਾ ਪੰਜਾਬੀ ਉੱਤੇ ਕੀ ਅਸਰ ਪਿਆ। ਮੈਂ ਪੰਜਾਬੀ ਪੜ੍ਹਾਉਣਾ, ਤਾਂ ਮੇਰੇ ਸਾਹਮਣੇ ਇਹ ਦਿੱਕਤ ਆ ਜਾਂਦੀ ਹੈ ਵੀ ਕਈ ਵਾਰੀ ਸਾਡੇ ਹੀ ਵਿਦਿਆਰਥੀ, ਇੱਥੇ ਵੀ 1-2 ਨਿਆਣੇ ਮੇਰੇ ਆਏ ਹੋਏ ਨੇ, ਤਾਂ ਉਹ ਇਹ ਸਵਾਲ ਖੜ੍ਹਾ ਕਰਦੇ ਨੇ ਕਿ ਜਿਹੜੀ ਪੰਜਾਬੀ ਹੈ ਇਹ ਸਾਡੇ ਸਮਝ ਨਹੀਂ ਆਉਂਦੀ ਹੈਗੀ, ਵੀ ਇਹਦੇ ਵਿੱਚ ਜਿਹੜੀ ਸ਼ਬਦਾਵਲੀ ਹੈ ਉਹ ਸ਼ਬਦਾਵਲੀ ਸਾਨੂੰ ਓਪਰੀ ਲੱਗਦੀ ਹੈ। ਮਿੱਤਰ ਸੈਨ ਮੀਤ ਹੋਰਾਂ ਨੇ ਇਹਨਾਂ ਨੇ ਆਪਣੀ ਕਿਤਾਬ ਵਿੱਚ ਲਿਖਿਆ, ਕਹਿੰਦੇ ਵੀ ਕੁਛ ਇਸ ਤਰ੍ਹਾਂ ਦੇ ਅਨੁਵਾਦ ਕੀਤੇ ਹੋਏ ਨੇ ਜਿਨ੍ਹਾਂ ਨੂੰ ਪੜ੍ਹਨ ਵੇਲੇ ਬੰਦੇ ਨੂੰ ਇੱਦਾਂ ਜਾਪਦਾ ਵੀ ਇਹਦੋਂ ਤਾਂ ਅੰਗਰੇਜ਼ੀ ਵਿੱਚ ਪੜ੍ਹ ਲਈਏ। ਅਤੇ ਇਸ ਤਰ੍ਹਾਂ ਦੀ ਦਿੱਕਤ ਇਹ ਕਿਉਂ ਆ ਗਈ? ਖਾਸ ਕਰ ਜੇ ਤੁਸੀਂ ਸਾਹਿਤ ਦੇ ਖੇਤਰ ਵਿੱਚ ਵੇਖਣਾ ਹੋਵੇ ਤਾਂ ਪੰਜਾਬੀ ਆਲੋਚਨਾ ਦੀ ਜਿਹੜੀ ਸ਼ਬਦਾਵਲੀ ਆ ਉਹ ਬੜੀ ਸੰਕਟਮਈ ਹੈ। ਇਹ ਸਿੱਧਮ ਸਿੱਧਾ ਅਸਰ ਆਇਆ ਕੇਂਦਰੀ ਭਾਸ਼ਾ ਨੀਤੀ ਦਾ। ਜਦੋਂ ਕੇਂਦਰੀ ਭਾਸ਼ਾ ਨੀਤੀ ਵੱਲੋਂ ਕਮਿਸ਼ਨ ਬਣਾਏ ਗਏ ਅਤੇ ਕਮਿਸ਼ਨ ਬਣਾ ਕੇ ਉਹਨਾਂ ਵੱਲੋਂ ਕੋਸ਼ ਤਿਆਰ ਕੀਤੇ ਗਏ, ਤਾਂ ਉਹਨਾਂ ਕੋਸ਼ਾਂ ਦੇ ਵਿੱਚ ਜਿਹੜੀ ਵਿਗਿਆਨ ਅਤੇ ਤਕਨੀਕ ਨਾਲ ਸੰਬੰਧਿਤ ਸ਼ਬਦਾਵਲੀ ਸੀ, ਉਹ ਸ਼ਬਦਾਵਲੀ ਦੇ ਕੋਸ਼ ਵੱਖੋ ਵੱਖਰੀਆਂ ਰਾਜਾਂ ਨੂੰ ਦਿੱਤੇ ਗਏ। ਤਾਂ ਉਹਨਾਂ ਰਾਜਾਂ ਦੇ ਵਿੱਚੋਂ ਕਈ ਰਾਜਾਂ ਨੇ ਤਾਂ ਇੱਦਾਂ ਕਰਿਆ ਕਿ ਉਹ ਜਿਹੜਾ ਤਾਂ ਹਿੰਦੀ ਬੈਲਟ ਵਾਲਾ ਰਾਜ ਸੀ ਸਾਰੇ ਦੇ ਸਾਰੇ, ਉਹਨਾਂ ਨੇ ਤਾਂ ਉਸ ਨੂੰ ਉੱਦਾਂ ਹੀ ਮੰਨਣਾ ਸੀ, ਅਤੇ ਜਿਹੜੇ ਬਾਕੀ ਸਨ, ਬਾਕੀਆਂ ਨੇ ਕੁਛ ਨੇ ਯਤਨ ਕਰਕੇ ਆਪਣੀ ਸ਼ਬਦਾਵਲੀ ਬਣਾਈ। ਪਰ ਪੰਜਾਬ ਦੇ ਵਿੱਚ ਇਸ ਦੇ ਲਈ ਜਿੰਨੇ ਕੋਸ਼, ਬਹੁਤ ਕੋਸ਼ ਬਣੇ, ਭਾਸ਼ਾ ਵਿਭਾਗ ਨੇ ਬਣਾਏ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬਣਾਏ, ਪੰਜਾਬ ਸਟੇਟ ਟੈਕਸਟ ਬੁੱਕ ਬੋਰਡ ਚੰਡੀਗੜ੍ਹ ਨੇ ਬਣਾਏ, ਪਰ ਉਹਦੇ ਵਿੱਚ ਜਿਹੜੇ ਸ਼ਬਦ ਲਿਖਣ ਦੇ, ਸ਼ਬਦ ਬਣਾਉਣ ਦੇ ਜਿਹੜੇ 3 ਰੁਝਾਨ ਸਨ, ਉਹ ਇੱਕ ਤਾਂ ਇਹ ਸੀ ਵੀ ਜਿੰਨੇ ਅੰਗਰੇਜ਼ੀ ਦੇ ਸ਼ਬਦ ਨੇ ਉਹਨਾਂ ਦੇ ਬਰਾਬਰ ਪਹਿਲਾਂ ਹੀ ਪੰਜਾਬੀ ਦਾ ਸ਼ਬਦ ਕਿਹੜਾ ਮਿਲਦਾ। ਜਿਵੇਂ ਮੰਨ ਲਓ ਵੀ ਬੋਟਨੀ ਨਾਲ ਸੰਬੰਧਿਤ ਨੇ, ਜਿੰਨੇ
ਸ਼ਬਦ ਸਾਨੂੰ ਪਹਿਲਾਂ ਹਨ ਸਾਡੇ ਕੋਲੇ ਪੰਜਾਬੀ ਦੇ ਉਹਦੇ ਬਰਾਬਰ ਰੱਖ ਦੇਣੇ ਨੇ, ਹੈ ਨਾ। ਜਾਂ ਜਗਰਾਫੀ ਨਾਲ ਸੰਬੰਧਿਤ ਨੇ, ਜਿਵੇਂ ਧਰਤੀ ਹੋ ਗਿਆ, ਮਿੱਟੀ ਹੋ ਗਿਆ, ਇਹ ਸ਼ਬਦ ਤਾਂ ਵਰਤ ਲਏ ਉਹਨਾਂ ਨੇ। ਪਰ ਜਿਹੜੇ ਸ਼ਬਦਾਂ ਦਾ ਪੰਜਾਬੀ ਦੇ ਵਿੱਚ ਉਹਨਾਂ ਨੂੰ ਅਰਥ ਉੱਦਾਂ ਨਹੀਂ ਲੱਭਦਾ ਸੀ, ਤਾਂ ਉਹਦੀ ਥਾਂ 'ਤੇ ਘੜਨ ਦਾ ਤਰੱਦਦ ਕਰਨ ਦੀ ਥਾਂ 'ਤੇ ਜਿਹੜੇ ਕੇਂਦਰੀ ਹਿੰਦੀ ਬੋਰਡ ਵੱਲੋਂ ਬਣਾਏ ਹੋਏ ਹਿੰਦੀ ਵਿੱਚ ਸ਼ਬਦ ਸਨ, ਉਹਨਾਂ ਨੂੰ ਦਾ ਹੀ ਗੁਰਮੁਖੀਕਰਨ ਕਰ ਦਿੱਤਾ। ਜਾਂ ਫਿਰ ਜੇ ਉਹਦੀ ਵੀ ਦਿੱਕਤ ਆਈ ਤਾਂ ਤੀਜਾ ਫਿਰ ਉਹਨਾਂ ਦਾ ਅੰਗਰੇਜ਼ੀ ਦਾ ਰੂਪਾਂਤਰ ਕਰਕੇ ਪੰਜਾਬੀ ਦੇ ਵਿੱਚ ਗੁਰਮੁਖੀਕਰਨ ਕਰ ਦਿੱਤਾ। ਤਾਂ ਜਦੋਂ ਕੋਈ ਸ਼ਬਦ ਬਣਾਉਂਦੀ ਆ ਕੋਈ ਬੋਲੀ, ਤਾਂ ਉਹਦੀਆਂ 3 ਵਿਧੀਆਂ ਹੁੰਦੀਆਂ ਨੇ। ਇੱਕ ਸ਼ਬਦ ਦਾ ਨਵੇਂ ਘੜਨ ਦੀ ਵਿਧੀ, ਜਿਹਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ। ਦੂਜੀ ਵੀ ਜੇ ਸ਼ਬਦ ਤੁਹਾਡੇ ਕੋਲੋਂ ਨਵਾਂ ਨਹੀਂ ਘੜਿਆ ਜਾਂਦਾ, ਕਿਸੇ ਹੋਰ ਬੋਲੀ ਤੋਂ ਲੈ ਲਿਆ, ਤਾਂ ਉਹ ਇਹ ਹੁੰਦਾ ਵੀ ਉਹਨੂੰ ਘੜ ਕੇ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣਾ, ਉਹਨੂੰ ਤਦਭਵ ਵਿਧੀ ਕਹਿੰਦੇ ਨੇ। ਇੱਕ ਤੀਜੀ ਹੁੰਦੀ ਆ ਤਤਸਮ ਵਿਧੀ, ਵੀ ਜਿਵੇਂ ਕਿਸੇ ਦੂਜੀ ਬੋਲੀ ਦਾ ਸ਼ਬਦ ਹੈ ਤੇ ਉਸੇ ਨੂੰ ਹੂਬਹੂ ਸ਼ਬਦ ਵਜੋਂ ਲੈ ਲੈਣਾ। ਜਿਵੇਂ ਹੁਣ ਅੱਜ ਕੱਲ੍ਹ ਆਪਾਂ ਪੰਜਾਬੀ ਦੇ ਵਿੱਚ ਪੈਰੀਂ ਬਿੰਦੀਆਂ ਵਾਲਾ ਮਾਮਲਾ ਹੈ, ਉਹ ਹੂਬਹੂ ਤਤਸਮਤਾ ਕਰਕੇ ਆਇਆ ਹੋਇਆ। ਤਾਂ ਇਸ ਤਰ੍ਹਾਂ ਜਿਹੜੀ ਇਹ ਸ਼ਬਦ ਘੜਨ ਦੀ ਪੰਜਾਬੀ ਦੇ ਵਿੱਚ ਪਿਰਤ ਆਈ, ਉਹ ਕੇਂਦਰੀ ਭਾਖਾ ਨੀਤੀ ਸੀ ਜਿਹੜੀ ਹਿੰਦੁਸਤਾਨ ਦੀ, ਉਹਦੇ ਵਿੱਚੋਂ ਇਹ ਮੁਸ਼ਕਲ ਆਈ। ਤਾਂ ਇਹਦਾ ਵੱਡਾ ਸੰਕਟ ਕੀ ਹੋਇਆ ਵੀ ਪੰਜਾਬੀ ਦੇ ਵਿੱਚ ਸ਼ਬਦ ਘੜਨ ਦੀ ਪਿਰਤ ਨਹੀਂ ਪਈ। ਜਿਹੜੇ ਬਾਹਰੋਂ ਤੁਸੀਂ ਚੀਨ ਵਾਲਿਆਂ ਦੀ ਗੱਲ ਲੈ ਲਓ, ਜਾਪਾਨ ਵਾਲਿਆਂ ਦੀ ਲੈ ਲਓ, ਹੋਰ ਜਿੰਨੇ ਹਨ, ਹੈ ਨਾ, ਤਾਂ ਜਿਹੜੇ ਚਲੋ ਚੀਨ ਅਤੇ ਜਾਪਾਨ ਵਰਗੇ ਤਾਂ ਵੱਡੇ ਰਾਜਾਂ ਵਾਲੇ ਨੇ, ਉਹਨਾਂ ਦੀ ਗੱਲ ਛੱਡੋ। ਤੁਸੀਂ ਗੁਜਰਾਤ ਵਾਲਿਆਂ ਦੀ ਲੈ ਲਓ, ਤਾਮਿਲਨਾਡੂ ਵਾਲਿਆਂ ਦੀ ਲੈ ਲਓ, ਉਹਨਾਂ ਨੇ ਆਪਣੀ ਬੋਲੀ ਵਿੱਚ ਯਤਨ ਕੀਤਾ ਕਿ ਅਸੀਂ ਕੁਝ ਸ਼ਬਦ ਘੜੀਏ। ਅਤੇ ਮੈਨੂੰ ਕਾਫੀ ਸਾਲ ਹੋ ਗਏ ਪੜ੍ਹਦੇ ਨੂੰ, ਮੈਂ ਅਜੇ ਤੱਕ ਇੱਕ ਵੀ ਇਸ ਤਰ੍ਹਾਂ ਦਾ ਸ਼ਬਦ ਨਹੀਂ ਲਿਆ ਮੇਰੇ ਆਇਆ ਖਿਆਲ ਦੇ ਵਿੱਚ ਵੀ ਜਿਹਦੀ ਘਾੜਤ ਹੋਈ ਹੋਵੇ। ਉਹ ਚੱਕਿਆ ਹੋਇਆ ਜਾਂ ਤੇ ਬਹੁਤੀ ਵਾਰੀ ਚੱਕਿਆ ਹੋਇਆ ਵੀ ਉਹ ਤਤਸਮ ਰੂਪ ਦੇ ਵਿੱਚ ਆ। ਅਤੇ ਤਾਂ ਹੀ ਉਹ ਮੁਸ਼ਕਲ ਆਈ ਹੈ, ਜਿਹੜੀ ਗੱਲ ਕਰਕੇ ਮੈਂ ਤੁਹਾਨੂੰ ਆਪਣੇ ਵਿਦਿਆਰਥੀਆਂ ਦੀ ਗੱਲ ਦੱਸੀ ਹੈ ਅਤੇ ਮਿੱਤਰ ਸੈਨ ਮੀਤ ਹੋਰਾਂ ਦੀ ਗੱਲ ਦੱਸੀ ਆ, ਕਿ ਲੋਕਾਂ ਨੂੰ ਇੱਦਾਂ ਲੱਗਦਾ ਵੀ ਪੰਜਾਬੀ ਵਿੱਚ ਪੜ੍ਹਨ ਦੀ ਥਾਂ 'ਤੇ ਅਸੀਂ ਅੰਗਰੇਜ਼ੀ ਵਿੱਚ ਹੀ ਪੜ੍ਹ ਲਈਏ। ਇਹ ਮਾਮਲਾ ਇਸ ਕਰਕੇ ਵੱਡਾ, ਉਂਝ ਜਿਹੜੀ ਸ਼ਬਦ ਦੀ ਮਹੱਤਤਾ ਹੈ ਉਹ ਗਿਣਤੀ ਵਜੋਂ ਬਹੁਤ ਜ਼ਿਆਦਾ। ਸ਼ਬਦ ਹੁੰਦਾ ਵੀ ਖੁੱਲ੍ਹਾ, ਸ਼ਬਦ ਦਾ ਜਿਹੜਾ ਖੇਤਰ ਹੁੰਦਾ ਉਹ ਖੁੱਲ੍ਹਾ ਹੁੰਦਾ। ਸ਼ਬਦ ਦੇ ਵਿੱਚੋਂ ਨਾਂਵ ਤਾਂ ਇੰਨਾ ਖੁੱਲ੍ਹਾ ਹੁੰਦਾ ਕਿ ਨਾਂਵ ਨੂੰ ਤੁਸੀਂ ਕਿਸੇ ਬੋਲੀ ਵਿੱਚ ਆਉਣ ਤੋਂ ਰੋਕ ਹੀ ਨਹੀਂ ਸਕਦੇ। ਕੁਝ ਜਿਹੜੇ ਵਿਆਕਰਨਕ ਸ਼ਬਦ ਨੇ ਉਹ ਰੋਕੇ ਜਾ ਸਕਦੇ ਹੁੰਦੇ ਨੇ, ਜਾਂ ਉਹ ਆਪ ਹੀ ਨਹੀਂ ਆਉਂਦੇ। ਜਿਵੇਂ ਮਤਲਬ ਕਿਰਿਆ ਨਹੀਂ ਆਉਂਦੀ, ਤਾਂ ਹੋਰ ਜਿਹੜੇ ਸ਼ਬਦ ਨੇ ਤਕਨੀਕੀ ਉਹ ਨਹੀਂ ਆਉਂਦੇ ਹੁੰਦੇ। ਸ਼ਬਦ ਦਾ ਦੂਜੀ ਗੱਲ ਇਹ ਆ ਵੀ ਜਦੋਂ ਅਸੀਂ ਕੋਈ ਬਣਾਉਂਦੇ ਆ ਆਯੁਰਵੇਦ ਦੀ ਦਵਾਈ, ਤਾਂ ਆਯੁਰਵੇਦ ਦੀ ਦਵਾਈ ਦਾ ਮੂਲ ਬੇਸ ਹੁੰਦਾ, ਆਧਾਰ ਹੁੰਦਾ, ਉਹ ਔਲਾ ਹੀ ਹੁੰਦਾ। ਇਸੇ ਤਰ੍ਹਾਂ ਬੋਲੀ ਦੇ ਵਿੱਚ ਜਿਹੜੀ ਵੱਡੀ ਮਾਤਰਾ ਵਿੱਚ ਚੀਜ਼ ਆ ਉਹ ਸ਼ਬਦ ਨੇ। ਅਤੇ ਜੇ ਕਿਸੇ ਬੋਲੀ ਦੇ ਆਪਣੇ ਸ਼ਬਦ ਨਹੀਂ ਹੋਣਗੇ ਤੇ ਉਨੀ ਦੇਰ ਤੱਕ ਫਿਰ ਉਹ ਬੋਲੀ ਦਾ ਜਿਹੜਾ ਰੂਪ ਰੇਖਾ ਅਤੇ ਮੂੰਹ ਮੁਹਾਂਦਰਾ ਉਹ ਆਪਣਾ ਬਣਨ ਦੇ ਵਿੱਚ ਮੁਸ਼ਕਿਲ ਆ, ਕਿਉਂਕਿ ਲੋਕਾਂ ਨੂੰ ਗੱਲ ਸ਼ਬਦਾਂ ਰਾਹੀਂ ਹੀ ਸਮਝ ਆਉਣੀ ਆ। ਅਤੇ ਜਿਹੜੀ ਕੇਂਦਰੀ ਭਾਸ਼ਾ ਨੀਤੀ ਸੀ, ਉਹਦਾ ਪੰਜਾਬੀ 'ਤੇ ਇਹ ਅਸਰ ਪਿਆ ਕਿ ਉੱਥੋਂ ਸ਼ਬਦ ਆਏ ਅਤੇ ਨਵੇਂ ਸ਼ਬਦ ਘੜਨ ਦੀ ਜਿਹੜੀ ਪਿਰਤ ਆ ਉਹ ਨਹੀਂ ਪਾਈ। ਇਹਦੀ ਦਿੱਕਤ ਵੱਡੀ ਇਹ ਆ, ਜੇ ਤੁਸੀਂ ਵੇਖਣਾ ਹੋਵੇ ਤਾਂ ਮੈਨੂੰ ਇੱਦਾਂ ਲੱਗਦਾ ਵੀ ਇਹਨੇ ਪੰਜਾਬ ਦੇ ਵਿੱਚ ਇੱਕ ਆਲਸ ਪੈਦਾ ਕਰ ਦਿੱਤਾ, ਜਿਸ ਨੂੰ ਅਸੀਂ ਇੱਕ ਤਰਕ ਨਾਲ ਸਥਾਪਿਤ ਕਰ ਲਿਆ। ਉਹ ਤਰਕ ਇਹ ਹੈ ਕਿ ਪੰਜਾਬੀ ਬੋਲੀ ਦਾ ਹਾਜ਼ਮਾ ਬੜਾ ਵੱਡਾ ਹੈ, ਜਿਹੜਾ ਮਰਜ਼ੀ ਸ਼ਬਦ ਲੈ ਲਓ। ਉਹ ਹਾਜ਼ਮੇ ਦੇ ਤਰਕ ਨਾਲ ਇੰਨੇ ਬੇਤਰਤੀਬੇਪਣ ਦੇ ਵਿੱਚ ਜਾ ਪਹੁੰਚੇ ਅਸੀਂ ਕਿ ਉਹ ਬੇਤਰਤੀਬਾਪਣ ਹੁਣ ਸਾਡੇ ਕੋਲੋਂ ਕਾਬੂ ਨਹੀਂ ਹੋ ਰਿਹਾ। ਬੜੇ ਸਧਾਰਨ ਬੰਦੇ ਜਿਨ੍ਹਾਂ ਨੂੰ ਗੱਲ ਦੀ ਪੂਰੀ ਸਮਝ ਵੀ ਨਹੀਂ ਹੁੰਦੀ, ਉਹ ਜਿਹੜਾ ਉਹਨਾਂ ਦਾ ਚਿੱਤ ਕਰਦਾ ਉਹੀ ਸ਼ਬਦ ਪੰਜਾਬੀ ਦੇ ਵਿੱਚ ਲੈ ਆਉਂਦੇ ਨੇ ਅਤੇ ਵਰਤ ਲੈਂਦੇ ਨੇ। ਸਧਾਰਨ ਬੰਦਿਆਂ ਦੀ ਗੱਲ ਛੱਡੋ, ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਜਾਂ ਹੋਰ ਵੱਖੋ ਵੱਖਰੀਆਂ ਥਾਵਾਂ 'ਤੇ ਚੰਗੇ ਅਹੁਦਿਆਂ 'ਤੇ ਬੰਦੇ ਰਹੇ ਨੇ, ਉਹ ਵੀ ਇਸੇ ਜਿਹੜੀ ਮਰਜ਼ ਆ ਉਹਦਾ ਸ਼ਿਕਾਰ ਹੁੰਦੇ ਨੇ। ਤਾਂ ਇਹ ਜਿਹੜੀ ਕੇਂਦਰੀ ਭਾਸ਼ਾ ਨੀਤੀ ਸੀ, ਉਹਦਾ ਸਾਡੇ 'ਤੇ ਇੱਕ ਅਸਰ ਪਿਆ। ਚਾਹੀਦਾ ਅਸਲ ਵਿੱਚ ਇਹ ਸੀ ਕਿ ਜੇ ਪੰਜਾਬ ਨੇ ਕੋਈ ਆਪਣੀ ਭਾਸ਼ਾ ਨੀਤੀ ਬਰਾਬਰ ਬਣਾਉਣੀ ਹੁੰਦੀ ਤਾਂ ਇੱਕ ਬਰਾਬਰ ਦੀ ਲਹਿਰ ਖੜੀ ਕਰਨ ਦੀ ਲੋੜ ਸੀ, ਅਤੇ ਪੰਜਾਬੀ ਦੇ ਸ਼ਬਦ ਪੰਜਾਬੀ ਮੂਲ ਮੁਤਾਬਕ ਜਿਹੜੇ ਪੰਜਾਬੀ ਸਰੋਤਿਆਂ ਬੁਲਾਰਿਆਂ ਨੂੰ ਸਮਝ ਆ ਜਾਣ, ਤਾਂ ਉਹਦੇ ਖਾਤਰ ਬਣਾਉਣ ਦੀ ਲੋੜ ਸੀ। ਉਹਦੇ ਵਿੱਚ ਸਾਨੂੰ ਇਸ ਮਾਮਲੇ ਵਿੱਚ ਦਿੱਕਤ ਆਈ। ਜਿਹੜੀ ਸ਼ਬਦਾਵਲੀ ਹੁੰਦੀ ਹੈ ਨਾ, ਸ਼ਬਦਾਵਲੀ ਜਦੋਂ ਬੋਲੀ ਬਾਰੇ ਆਪਾਂ ਗੱਲ ਕਰਦੇ ਹਾਂ, ਬੋਲੀ ਦੀ ਇੱਕ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹ ਤ੍ਰੈਕਾਲੀ ਹੁੰਦੀ ਹੈ। ਇਹਨੇ ਪੁਰਾਣੇ ਸਮੇਂ ਨੂੰ ਤੁਹਾਡੇ ਤੱਕ ਪਹੁੰਚਾਇਆ ਹੁੰਦਾ, ਤੁਹਾਡੇ ਵਾਲੇ ਸਮੇਂ ਨੂੰ ਅੱਗੇ ਪਹੁੰਚਾਉਣਾ ਹੁੰਦਾ।
ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਜਾਂ ਹੋਰ ਰਿਗਵੇਦ ਪੜ੍ਹਦੇ ਹਾਂ ਜਾਂ ਜਿਹੜੇ ਵੀ ਗ੍ਰੰਥ ਪੜ੍ਹਦੇ ਹਾਂ, ਤੇ ਉਹ ਸਾਡੇ ਕੋਲੇ ਪੁਰਾਣੇ ਅੱਜ ਤਾਂ ਹੀ ਨੇ ਜੇ ਸਾਨੂੰ ਸ਼ਬਦਾਂ ਦਾ ਪਤਾ, ਜੇ ਸ਼ਬਦ ਨੇ। ਜੇ ਸਾਡੇ ਕੋਲੋਂ ਉਹਨਾਂ ਸ਼ਬਦਾਂ ਦੇ ਅਰਥ ਗੁਆਚ ਜਾਣ ਤਾਂ ਸਾਡੀ ਪਰੰਪਰਾ ਗੁਆਚ ਜਾਏਗੀ। ਤਾਂ ਇਹ ਇੱਕ ਵੱਡੀ ਦਿੱਕਤ ਹੁੰਦੀ ਆ, ਕਿਉਂਕਿ ਜਿਹੜੇ ਯੂਰਪ ਦੇ ਵਿੱਚ ਨਾ ਇੱਕ ਆਈਸਲੈਂਡ ਨਿੱਕਾ ਜਿਹਾ ਟਾਪੂ ਜਿਹਾ ਹੈ ਨਾ, ਤਾਂ ਉਹ ਇੰਨੇ ਸੁਚੇਤ ਨੇ ਅੰਗਰੇਜ਼ੀ ਦੇ ਸ਼ਬਦ ਲੈਣ ਤੋਂ। ਉਹ ਕਹਿੰਦੇ ਵੀ ਜੇ ਅਸੀਂ ਅੰਗਰੇਜ਼ੀ ਦੇ ਸ਼ਬਦ ਲੈਣ ਲੱਗੇ, ਅੰਗਰੇਜ਼ੀ ਦਾ ਤਾਂ ਇੰਨਾ ਦਬਦਬਾ, ਤੇ ਕਹਿੰਦੇ ਅਸੀਂ ਆਪਣਾ ਜਿਹੜਾ ਸਾਡਾ ਸਾਰਾ ਪੁਰਾਣਾ ਮੱਧਕਾਲੀ ਸਾਹਿਤ ਆ ਉਹ ਤੋਂ ਬਿਰਵੇ ਹੋ ਜਾਵਾਂਗੇ। ਇਸ ਲਈ ਇਸ ਪਾਸੇ ਜਿੰਨਾ ਸਤਰਕ ਰਹਿਣ ਦੀ ਲੋੜ ਸੀ, ਓਨਾ ਸਾਡੀ ਸਾਰੀ ਦੀ ਸਾਰੀ ਅਕਾਦਮਿਕਤਾ ਵੀ, ਵਿਦਵਾਨ ਵਰਗ ਵੀ, ਸਾਹਿਤਕ ਵਰਗ ਵੀ ਇਹ ਤੋਂ ਅਵੇਸਲਾ ਰਿਹਾ। ਇਹ ਪੰਜਾਬੀ ਬੋਲੀ ਦੇ ਪਰੰਪਰਾ ਨੂੰ ਅਗਾਂਹ ਚਲਾਉਣ ਦੇ ਵਿੱਚ ਇੱਕ ਅੜਿੱਕਾ ਆਇਆ। ਜਿਹੜੇ ਹੁਣ ਅੱਜ ਜਿਹੜੇ ਨਿਆਣੇ ਨੇ ਉਹਨਾਂ ਨੂੰ ਜੇ ਤੁਸੀਂ ਕੋਈ ਪੁਰਾਣੀ, ਮੰਨ ਲਓ ਵੀ ਸਾਨੂੰ ਗੁਰਬਾਣੀ ਵੀ ਜਿੰਨੀ ਦੇਰ ਤੱਕ ਅਸੀਂ ਉਹਦੇ ਸ਼ਬਦਾਰਥ ਨਹੀਂ ਸਾਡੇ ਕੋਲੇ ਹਨ ਤਾਂ ਸਾਤੋਂ ਪੜ੍ਹੀ ਨਹੀਂ ਜਾਂਦੀ। ਜਦ ਕਿ ਐਡੀ ਵੱਡੀ ਗੱਲ ਨਹੀਂ ਹੈ ਕਿ 400 ਸਾਲ ਦਾ ਇਤਿਹਾਸ, ਬੋਲੀ ਦੇ ਇਤਿਹਾਸ ਵਿੱਚ 500 ਸਾਲ ਦਾ ਕੋਈ ਵੱਡਾ ਨਹੀਂ ਹੁੰਦਾ। ਤਾਂ ਇਹਨੇ ਥੋੜ੍ਹੇ ਸਮੇਂ ਦੇ ਵਿੱਚ ਇੱਕ ਇਹ ਵੱਢ ਪਿਆ, ਅਤੇ ਇਹ ਸਾਡੀ ਆਪਣੀ ਨੀਤੀ ਦੀ ਕਮਜ਼ੋਰੀ ਆ, ਅਤੇ ਦੂਜੇ ਪਾਸੇ ਇਹ ਅਸਰ ਪਿਆ। ਜਿਹੜੇ ਹੋਰ ਕੇਂਦਰੀ ਨੀਤੀ ਦਾ ਭਾਖਾ ਵਿਗਿਆਨਕ ਅਸਰ ਪਏ, ਉਹ ਇਹ ਅਸਰ ਹੈ ਕਿ ਜਿਹੜੀ ਪੰਜਾਬੀ ਬੋਲੀ ਦੀ ਛੰਗਾਈ ਹੋਈ ਹੈ। ਹੁਣ ਇੱਕ ਛੰਗਾਈ ਤਾਂ ਇਹ ਹੋ ਗਈ ਸੀ ਕਿ ਪਾਕਿਸਤਾਨ ਬਣ ਗਿਆ ਅਤੇ ਲਹਿੰਦੇ ਵਿੱਚ ਚਲੀ ਗਈ ਸਾਡੀ ਬੋਲੀ। ਦੂਜਾ, ਇੱਥੇ ਜਿਹੜੀ ਛੰਗਾਈ ਹੋਈ, ਚਾਹੇ ਹਰਿਆਣੇ ਦਾ ਹਿੱਸਾ ਲਾ ਲਓ, ਹਿਮਾਚਲ ਪ੍ਰਦੇਸ਼ ਦਾ ਹਿੱਸਾ ਲਾ ਲਓ, ਰਾਜਸਥਾਨ ਦਾ ਲਾ ਲਓ, ਜੰਮੂ ਲਾ ਲਓ, ਇਹ ਸਾਰੀ ਜਿਹੜੀ ਛੰਗਾਈ ਹੋਈ ਆ, ਇਹਨੂੰ ਜੇ ਤੁਸੀਂ ਮੁਕਾਬਲੇ ਦੇਖੋ ਵੀ ਜਿਹੜੀ ਹਿੰਦੀ ਬੈਲਟ ਵਾਲੀ ਥਾਂ ਹੈ, ਅਤੇ ਉੱਥੇ ਜਿਹੜੀਆਂ ਬੋਲੀਆਂ ਨੇ ਹਿੰਦੀ ਬੈਲਟ ਵਾਲੀਆਂ, ਤਾਂ ਉਹ ਜਿਹੜੀਆਂ ਪੂਰੀਆਂ ਸੁਤੰਤਰ ਬੋਲੀਆਂ ਸੀ, ਉਹਨਾਂ ਨੂੰ ਤਾਂ ਇਹ ਪਰਿਭਾਸ਼ਿਤ ਕੀਤਾ ਗਿਆ ਕਿ ਇਹ ਹਿੰਦੀ ਦੀਆਂ ਬੋਲੜੀਆਂ ਨੇ, ਜਾਂ ਉਪ ਭਾਸ਼ਾਵਾਂ ਕਹਿੰਦੇ ਜਿਨ੍ਹਾਂ ਨੂੰ ਆਪਾਂ, ਹੈ ਨਾ, ਵੀ ਉਹਦੇ ਅਧੀਨ ਆਉਂਦੀਆਂ ਬੋਲੀਆਂ ਨੇ। ਜਦ ਕਿ ਜਿਹੜੀਆਂ ਪੰਜਾਬੀ ਦੀਆਂ ਬੋਲੜੀਆਂ ਸਨ, ਵੀ ਡੋਗਰੀ ਸੀ, ਪਹਾੜੀ ਸੀ, ਅਤੇ ਇੱਧਰ ਜਿਹੜੀ ਆਪਣੇ ਰਾਜਸਥਾਨ ਵੱਲ, ਹਰਿਆਣੇ ਵੱਲ, ਹੈ ਨਾ, ਹਰਿਆਣਵੀ ਦਾ ਉਰਲਾ ਹਿੱਸਾ ਜਿਹੜਾ ਸਾਰਾ ਸੀ, ਬਾਂਗਰੂ ਵਗੈਰਾ, ਅਤੇ ਇਹ ਸਾਰੀਆਂ ਵੱਖਰੀਆਂ ਬੋਲੀਆਂ। ਅਤੇ ਇਹ ਵੀ ਮੈਨੂੰ ਨਹੀਂ ਪਤਾ ਵੀ ਤੁਸੀਂ ਇਸ ਗੱਲ ਨੂੰ ਮੇਰੇ ਨੂੰ ਕਿੰਨੀ ਕੁ ਸੱਚ ਮੰਨੋਗੇ, ਪਰ ਇਹ ਵੀ ਕਈ ਵਿਦਵਾਨ ਇਹ ਕਹਿੰਦੇ ਨੇ ਕਿ ਇਹ ਬਿਲਕੁਲ ਕੇਂਦਰੀ ਨੀਤੀ ਦਾ ਹਿੱਸਾ। ਹਰਕੀਰਤ ਸਿੰਘ ਇਸ ਬਾਰੇ ਸਪਸ਼ਟ ਇਹ ਕਹਿੰਦਾ ਕਿ ਉਹ ਕਹਿੰਦਾ ਵੀ ਇਹ ਨਰੋਲ ਰਾਜਸੀ ਮਾਮਲਾ ਸੀ, ਅਤੇ ਇਹ ਨੀਤੀ ਕਰਕੇ ਪੰਜਾਬੀ ਆ ਜਿਹੜੀ ਉਹ ਛਾਂਗੀ ਗਈ। ਤਾਂ ਇਹ ਤੋਂ ਬਿਨਾਂ ਹੋਰ ਦਿੱਕਤ ਵਾਪਰੀ ਵੀ ਹੁਣ ਥੋੜ੍ਹੇ ਸਮੇਂ ਪਹਿਲਾਂ ਹੀ, ਪਿਛਲੇ ਸਾਲ ਹੈ, ਅਤੇ ਹਿਮਾਚਲ ਪ੍ਰਦੇਸ਼ ਦੀ ਜਿਹੜੀ ਦੂਜੀ ਬੋਲੀ ਆ ਉਹ ਸੰਸਕ੍ਰਿਤ ਬਣਾ ਦਿੱਤੀ। ਜਦੋਂ ਹੁਣ ਅਸੀਂ ਵਿੱਦਿਆ ਨੀਤੀ ਪੜ੍ਹਦੇ ਹਾਂ, ਤਾਂ ਪਿਛਲੀ ਵਾਰੀ ਆਪਾਂ ਵਿੱਦਿਆ ਨੀਤੀ 'ਤੇ ਚਰਚਾ ਕੀਤੀ ਸੀ, ਉਹਦੇ ਵਿੱਚ ਗੱਲ ਵੇਖੀ ਸੀ ਕਿ ਸੰਸਕ੍ਰਿਤ ਨੂੰ ਬਹੁਤ ਵੱਡੀ ਥਾਂ ਦਿੱਤੀ ਗਈ ਸੀ। ਅਤੇ ਇਹ ਵੀ ਇੱਕ ਜਿਹੜੇ ਸਾਡੇ ਗੁਆਂਢ ਦੇ ਵਿੱਚੋਂ ਇੱਕ ਤਾਂ ਅੱਡ ਕਰ ਦੇਣਾ, ਦੂਸਰਾ ਉਸ ਨੂੰ ਪੰਜਾਬੀ ਨੂੰ ਉਹ ਤੋਂ ਲਾਂਭੇ ਕਰ ਦੇਣਾ, ਇਹ ਵੀ ਇੱਕ ਦਿੱਕਤ ਆਈ ਆ, ਹੈ ਨਾ। ਇਹ ਵੀ ਉਹਦਾ ਇੱਕ ਵਜ੍ਹਾ ਹੈ। ਇੱਕ ਤੀਸਰੀ ਗੱਲ ਇਹ ਹੈ ਵੀ ਜੇ ਤੁਸੀਂ ਕੇਂਦਰੀ ਨੀਤੀ ਅਤੇ ਉਹਦੇ ਅਮਲ ਨੂੰ ਵੇਖੋ, ਤਾਂ ਉਹ ਵੇਖਣ ਨੂੰ ਅਤੇ ਉਹਦੇ ਬਾਰੇ ਕਹਿਣ ਵਾਲੀਆਂ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਇੱਦਾਂ ਲੱਗਦੀਆਂ ਨੇ ਜਿਵੇਂ ਉਹ ਫੈਡਰਲ ਹੁੰਦੀ ਹੈ, ਪਰ ਉਹਦਾ ਅਮਲ ਦੇ ਵਿੱਚ ਫੈਡਰਲ ਨਹੀਂ ਹੈਗੀ। ਅਤੇ ਇਹ ਗੱਲ ਸਾਡੇ ਇੱਥੇ ਬਿਲਕੁਲ ਉਦੋਂ ਉਲਟ ਹੈ। ਪੰਜਾਬ ਦੇ ਵਿੱਚ ਹਿੰਦੀ ਜਾਂ ਕੇਂਦਰੀ ਭਾਸ਼ਾ ਨੀਤੀ ਹੈ ਜਿਹੜੀ, ਉਹ ਕਾਨੂੰਨ ਅਤੇ ਉਹਦਾ ਜਿਹੜਾ ਲਿਖਤੀ ਸੰਵਿਧਾਨ ਨੇ ਉਹਦੇ ਵਿੱਚ ਉਹ ਹਿੰਦੀ ਦੇ ਵਿਕਾਸ ਖਾਤਰ ਮਤਲਬ ਸਰਕਾਰ ਹੈ ਜਿਹੜੀ ਰੋਕਦੀ ਹੈ। ਪਰ ਜਿਹੜੇ ਹਿੰਦੀ ਦੇ ਸਮਰਥਕ ਬੰਦੇ ਨੇ ਉਹਨਾਂ ਦਾ ਜਨੂੰਨ ਵੇਖੋ ਤੁਸੀਂ, ਬੰਦਿਆਂ ਦਾ ਬਹੁਤ ਕੰਮ ਕੀਤਾ ਉਹਨਾਂ ਨੇ ਇੰਨਾ ਉਦਮ ਕੀਤਾ ਕਿ ਉਹ ਪੂਰੀ ਜਨੂੰਨ ਨਾਲ ਉਹ ਸਰਕਾਰ 'ਤੇ ਦਬਾਅ ਬਣਾ ਰਹੇ ਨੇ ਕਿ ਤੁਸੀਂ ਹਿੰਦੀ ਨੂੰ ਲਾਗੂ ਕਰੋ। ਪਰ ਇੱਧਰ ਮੁਕਾਬਲਤਨ ਪੰਜਾਬ, ਮੈਂ ਕਹਿੰਦਾ ਵੀ ਕੋਈ ਮਿੱਤਰ ਸੈਨ ਮੀਤ ਵਰਗੇ ਹੀ ਹੋਣਗੇ ਬੰਦੇ ਜਿਹੜੇ ਸਰਕਾਰ 'ਤੇ ਦਬਾਅ ਦਬੂ ਬਣਾਉਂਦੇ ਨੇ ਥੋੜ੍ਹੇ, ਅਤੇ ਵੱਡਾ ਹਿੱਸਾ ਸਾਡੇ ਪੰਜਾਬ ਦੇ ਸਾਹਿਤਕਾਰਾਂ ਦਾ ਉਹ ਸਰਕਾਰ 'ਤੇ ਪੰਜਾਬੀ ਬੋਲੀ ਨੂੰ ਲਾਗੂ ਕਰਨ ਦੇ ਅਮਲ ਨੂੰ, ਜਦ ਕਿ ਐਕਟ ਦੇ ਵਿੱਚ ਵਿਧਾਨ ਹੈਗੇ ਅਤੇ ਐਕਟ ਵਾਲੀ ਗੱਲ ਵੀ ਲਾਗੂ ਕਰਨ ਖਾਤਰ ਅਸੀਂ ਜ਼ੋਰ ਨਹੀਂ ਦੇ ਸਕੇ। ਦੂਜੇ ਪਾਸੇ ਉਹ ਇੰਨੀ ਸ਼ਿੱਦਤ ਨਾਲ ਜ਼ੋਰ ਦੇ ਰਹੇ ਨੇ ਕਿ ਸਰਕਾਰ ਨੂੰ ਉਹਦੇ ਹੇਠਾਂ ਆਉਣਾ ਪੈ ਰਿਹਾ। ਸਰਕਾਰ ਨੇ 2017 ਦੇ ਵਿੱਚ ਇੱਕ ਰੈਜੂਲੇਸ਼ਨ ਪਾਸ ਕੀਤਾ, ਅਤੇ ਉਹਦੇ ਵਿੱਚ ਉਹਨਾਂ ਨੇ ਮੀਡੀਆ ਵਿੱਚ, ਬਾਜ਼ਾਰ 'ਚ, ਪ੍ਰਸ਼ਾਸਨ 'ਚ, ਬੈਂਕਾਂ 'ਚ ਅਤੇ ਇਹਦੀ ਵਰਤੋਂ ਆ ਉਹ ਵਧਾ ਦਿੱਤੀ। ਜਦੋਂ ਪਹਿਲੀ ਵਾਰੀ ਮੈਂ 2018 'ਚ ਬਿਸਲੇਰੀ ਦੀ ਬੋਤਲ ਦੇ ਉੱਤੇ ਹਿੰਦੀ ਦੇ ਵਿੱਚ ਲਿਖਿਆ ਵੇਖਿਆ, ਤਾਂ ਮੈਨੂੰ ਹਿਸਾਬ ਨਹੀਂ ਆਇਆ ਵੀ ਇਹ ਇੱਦਾਂ ਕਿਵੇਂ ਹੋ ਗਿਆ।
ਤੇ ਇਹ 2017 ਚ ਇੱਕ ਉਹਨਾਂ ਨੇ ਮਤਾ ਪਾਇਆ ਤੇ ਉਹ ਹੁਕਮ ਦਿੱਤੇ ਗਏ। ਇਸ ਤੋਂ ਤੁਰਤ ਬਾਅਦ ਫਿਰ 2018 ਦਾ ਜਿਹੜਾ ਬਜਟ ਸੀ ਕੇਂਦਰ ਦਾ ਤੇ ਉਹ ਹਿੰਦੀ ਵਿੱਚ ਆਇਆ। ਤਾਂ ਉੱਥੋਂ ਇੰਨੀ ਸ਼ਿੱਦਤ ਨਾਲ ਉਹ ਜ਼ੋਰ ਲਾ ਰਹੇ ਨੇ ਤੇ ਪੰਜਾਬ ਹਾਲਾਂਕਿ ਜਿਹੜੇ ਦੱਖਣ ਵਾਲੇ ਨੇ, ਜੇ ਤਾਮਿਲਨਾਡੂ ਵਾਲੇ, ਉਹ ਇਸ ਗੱਲ ਪਿੱਛੇ ਔਖੇ ਹੋਏ। ਇਹ ਨਹੀਂ ਪਤਾ ਵੀ ਉਹਨਾਂ ਤੇ ਸਿੱਧਾ ਕਿੰਨਾ ਕੁ ਅਸਰ ਪੈ ਰਿਹਾ, ਪਰ ਉਹ ਇਸ ਮਾਮਲੇ ਬਾਰੇ ਔਖੇ ਹੋਏ ਕਿ ਕੇਂਦਰ ਦੇ ਵਿੱਚ ਹਿੰਦੀ ਦੇ ਵਿੱਚ ਉਹ ਨਹੀਂ ਹੋਣਾ ਚਾਹੀਦਾ ਸੀ, ਪੇਸ਼ ਹੋਣਾ ਚਾਹੀਦਾ ਸੀ ਬਜਟ, ਤੇ ਪੰਜਾਬ ਦੇ ਵਿੱਚ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ। ਇੱਕ ਅਖਬਾਰ 'ਚ ਖਬਰ ਛਪੀ, ਕੁਛ ਨਹੀਂ ਹੋਇਆ। ਤਾਂ ਇਸ ਲਈ ਜਿਹੜਾ ਇਹ ਸਾਡੇ ਸਾਹਮਣੇ ਪੰਜਾਬ ਦੇ ਵਿੱਚ ਸੰਕਟ ਹੈ ਉਹ ਥੋੜ੍ਹਾ ਜਿਹਾ ਵੱਡਾ ਹੈ, ਤੇ ਇਸ ਲਈ ਇਸ ਸੰਕਟ ਨੂੰ ਨਿਵਾਰਨ ਖਾਤਰ ਤਾਂ ਦੂਰੀ ਤੀਰੀ ਅਪਰੋਚ ਦੀ ਲੋੜ ਹੈ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਕੇਂਦਰ ਦਾ ਭਾਸ਼ਾ ਨੀਤੀ ਹੈ ਤੇ ਉਹਦਾ ਪੰਜਾਬੀ 'ਤੇ ਅਸਰ ਕੀ ਪੈ ਸਕਦਾ, ਇਹਦੇ ਬਾਰੇ ਇੱਕ ਸਪਸ਼ਟ ਰੂਪ ਦੇ ਵਿੱਚ ਵਿਚਾਰ ਚਰਚਾ ਦੀ ਲੋੜ ਹੈ। ਦੂਜੀ ਗੱਲ, ਜਿਹੜੀ ਪੰਜਾਬ ਦੇ ਖਾਤਰ ਭਾਸ਼ਾ ਨੀਤੀ ਕਿਸ ਖੇਤਰ ਵਿੱਚ ਚਾਹੀਦੀ ਹੈ ਤੇ ਕੇਵਲ ਦਫ਼ਤਰੀ ਵਰਤੋਂ ਲਈ ਆ। ਵਿੱਦਿਆ ਲਈ ਕੀ ਨੀਤੀ ਹੋਊ, ਮੀਡੀਆ ਲਈ ਕੀ ਨੀਤੀ ਹੋਊ। ਮੰਨ ਲਓ ਟੈਲੀਵਿਜ਼ਨ 'ਤੇ ਜੋ ਚਿੱਤ ਆਉਂਦਾ ਉਹਨਾਂ ਦਾ ਉਹ ਬੋਲ ਲੈਂਦੇ ਨੇ। ਇੱਕ ਪਿੱਛੇ ਜੇ ਰਿਪੋਰਟ ਛਪੀ, ਬਲਕਿ 13-14 ਸਾਲ ਪਹਿਲਾਂ, ਤੇ ਉਹਦੇ ਵਿੱਚ ਇਹ ਸੀ ਕਿ ਪੰਜਾਬ ਦੇ ਜਿਹੜੇ ਰੇਡੀਓ ਦੇ ਚੈਨਲ ਨੇ, FM ਚੈਨਲ, ਉਹਨਾਂ ਦੇ ਵਿੱਚ ਪੰਜਾਬੀ ਦੇ ਸਿਰਫ 10% ਉਹ ਨੇ ਪ੍ਰੋਗਰਾਮ, ਤੇ ਜਿਹੜਾ ਦੂਰਦਰਸ਼ਨ TV ਆ ਉਹਦੇ 'ਤੇ ਵੀ ਪੰਜਾਬੀ ਦੇ ਪ੍ਰੋਗਰਾਮ ਘੱਟ ਨੇ, ਤੇ ਜਿਹੜੇ ਹਿੰਦੀ ਅਤੇ ਅੰਗਰੇਜ਼ੀ ਦੇ ਅਖਬਾਰ ਨੇ ਉਹ ਪੰਜਾਬੀ ਦੇ ਬਰਾਬਰ ਹੋ ਗਏ। ਤੇ ਇੱਦਾਂ ਇਹ ਜਦੋਂ ਅਸੀਂ ਬ੍ਰੌਡਕਾਸਟਿੰਗ ਦੇ ਪੱਖ ਤੋਂ ਵੇਖਦੇ ਹਾਂ, ਵਿੱਦਿਆ ਦੇ ਪੱਖ ਤੋਂ ਵੇਖਦੇ ਹਾਂ, ਦਫ਼ਤਰ ਜਾਂ ਪ੍ਰਸ਼ਾਸਨ ਦੇ ਪੱਖ ਤੋਂ ਵੇਖਦੇ ਹਾਂ, ਤਾਂ ਪੰਜਾਬੀ ਬੋਲੀ ਦੀ ਨੀਤੀ ਹੈ ਜਿਹੜੀ ਉਹ ਧੁੰਦਲੀ ਵੀ ਆ ਜਾਂ ਫਿਰ ਹੈ ਹੀ ਨਹੀਂ। ਠੀਕ ਹੈ, ਉਹਦੇ ਵਿੱਚ ਸਪਸ਼ਟਤਾ ਦੀਆਂ ਦਿੱਕਤਾਂ ਨੇ। ਇਹਦੇ ਖਾਤਰ ਜਿਹੜੀ ਅਖੀਰਲੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਜਿਹੜੀ ਕੇਂਦਰੀ ਨੀਤੀ ਆਈ ਉਹ ਇੱਥੇ ਪੰਜਾਬ ਦੇ ਵਿੱਚ, ਹਿੰਦੁਸਤਾਨ ਵਾਲੇ ਵਿੱਚ ਅਤੇ ਲਹਿੰਦੇ ਪੰਜਾਬ ਦੇ ਵਿੱਚ, ਉਹਨੇ ਸਾਡਾ ਇਹ ਅਸਰ ਪਾਇਆ, ਫਰਕ ਸਾਡੇ 'ਤੇ। ਅਤੇ ਆਪਾਂ ਲਿਖਿਆ ਭਾਖਾ, ਅਤੇ ਪੰਜਾਬ ਦੇ ਵਿੱਚ ਇੱਥੇ ਪੁਰਾਣੇ ਸ਼ਬਦ ਦੋਏ ਵਰਤੇ ਜਾਂਦੇ ਸੀ। ਇੱਕ ਭਾਖਾ ਜਾਂ ਭਾਖਿਆ ਸੀ ਅਤੇ ਦੂਜਾ ਹੈ ਸੀ ਬੋਲੀ। ਅਤੇ ਜਦੋਂ ਇਹ 1947 ਤੋਂ ਪਹਿਲਾਂ ਉਰਦੂ ਅਤੇ ਹਿੰਦੀ ਦੀ ਆਪਸੀ ਲੜਾਈ ਚੱਲੀ ਤਾਂ ਉਹਦਾ ਜਿਹੜਾ ਸਭ ਤੋਂ ਮਾੜਾ ਅਸਰ ਪਿਆ ਉਹ ਆਪਣੇ ਪੰਜਾਬ 'ਤੇ ਪਿਆ। ਤਾਂ ਉਸ ਲੜਾਈ ਦੇ ਵਿੱਚ ਜਿਹੜੇ ਤਾਂ ਉਰਦੂ ਨਾਲ ਜੁੜੇ ਹੋਏ ਬੰਦੇ ਸੀ ਤੇ ਉਹਨਾਂ ਨੇ ਤਾਂ ਕਿਹਾ ਕਿ ਅਸਲ ਸ਼ਬਦ ਭਾਸ਼ਾ ਖਾਤਰ, ਲੈਂਗੁਏਜ ਖਾਤਰ ਜ਼ੁਬਾਨ ਹੁੰਦਾ, ਬੋਲੀ ਕਹਿੰਦੇ ਛੋਟੀ ਜਾਂ ਖੇਤਰੀ ਬੋਲੀ ਨੂੰ ਕਿਹਾ ਜਾਂਦਾ। ਇੱਧਰ ਵਾਲੇ ਭਾਖਾ ਖਤਮੇ ਕਰ ਦਿੱਤਾ, ਲਾਂਭਾ ਹੀ ਕਰ ਦਿੱਤਾ, ਤੇ ਇੱਧਰ ਕਿਹਾ ਕਿ ਭਾਸ਼ਾ ਸ਼ਬਦ ਆ ਜਿਹੜਾ ਉਹ ਲੈਂਗੁਏਜ ਖਾਤਰ ਹੁੰਦਾ, ਜਿਹੜਾ ਬੋਲੀ ਸ਼ਬਦ ਆ ਉਹ ਡਾਇਲੈਕਟ ਖਾਤਰ ਹੁੰਦਾ, ਬੋਲੜੀ ਖਾਤਰ ਹੁੰਦਾ। ਤੇ ਇਹ ਇੱਕ ਇੱਥੇ ਅਸਰ ਪਿਆ ਵੀ ਜਿਹੜਾ ਪੰਜਾਬੀ ਮੂਲ ਦੇ ਸ਼ਬਦ ਸਨ ਉਹ ਸ਼ਬਦਾਂ ਦੀ ਥਾਂ ਹੀ ਛੋਟੀ ਕਰ ਦਿੱਤੀ। ਤਾਂ ਇਹਦਾ ਸਿੱਧੇ ਰੂਪ ਦੇ ਵਿੱਚ ਤੁਸੀਂ ਪਾਕਿਸਤਾਨ ਦੇ ਵਿੱਚ ਵੀ ਅਤੇ ਇਸ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਪੰਜਾਬੀ ਬੋਲੀ ਉੱਤੇ ਦੋਵਾਂ ਦੇ ਕੇਂਦਰਾਂ ਦਾ ਅਸਰ ਪਿਆ ਉਹ ਬਹੁਤ ਗਹਿਰਾ ਹੈ, ਅਤੇ ਉਹਨੂੰ ਹਟਾਉਣ ਖਾਤਰ ਬੜੇ ਲੰਮੇ ਤਰੱਦਦ ਦੀ ਲੋੜ ਹੈ, ਅਤੇ ਉਹ ਤਰੱਦਦ ਸਾਰਿਆਂ ਨੇ ਰਲ ਕੇ ਕਰਨੇ ਨੇ। ਹੁਣ ਮੈਂ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਤੁਹਾਡੇ ਕੋਲੋਂ ਖਿਮਾ ਦਾ ਜਾਚਕਾਂ। ਜੇ ਕੋਈ ਹੋਰ ਸਪਸ਼ਟਤਾ ਵਾਲੀ ਗੱਲ ਹੋਈ ਤਾਂ ਆਪਾਂ ਬਾਅਦ ਵਿੱਚ ਵਿਚਾਰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।